Hello everyone, welcome to Victor's Knowledge. This is Chinu Sharma, and today we are going to take up another important mega session from history. ਤੇ ਅੱਜ ਦੇ ਇਸ ਟੌਪਿਕ ਦੇ ਅੰਦਰ ਆਪਾਂ ਗੱਲ ਕਰਾਂਗੇ ਇੱਕ ਤਾਂ ਵੈਦਿਕ ਪੀਰੀਅਡ ਨਾਲ ਰਿਲੇਟਡ ਇੰਪੋਰਟੈਂਟ ਕੁਐਸਚਨ, ਸੈਕੰਡਲੀ ਵਿਲ ਆਲਸੋ ਕਵਰ ਇੰਪੋਰਟੈਂਟ ਕੁਐਸਚਨਸ ਫਰॉम ਇੰਡੀਅਨ ਨੈਸ਼ਨਲ ਮੂਵਮੈਂਟ। So first question is ਵੈਦਿਕ ਲਿਟਰੇਚਰ ਨੂੰ ਹੋਰ ਕੀ ਕਿਹਾ ਜਾਂਦਾ ਹੈ? ਸੋ ਆਪਸ਼ਨਸ ਨੇ ਸ਼ਰੂਤੀ, ਸਮ੍ਰਿਤੀ, ਸੰਹਿਤਾ, ਵਿਦਾਂਗਾ। ਸੋ ਵੈਦਿਕ ਲਿਟਰੇਚਰ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਬੇਸਿਕਲੀ ਜਦੋਂ ਵੀ ਆਪਾਂ ਵੈਦਿਕ ਪੀਰੀਅਡ ਦੀ ਹਿਸਟਰੀ ਦੀ ਪੜ੍ਹਾਈ ਦੀ ਗੱਲ ਕਰਦੇ ਹਾਂ ਤਾਂ ਉੱਥੇ ਆਪਾਂ ਕੁਝ ਸੋਰਸਿਸ ਦੇਖਦੇ ਹਾਂ ਜਿਨ੍ਹਾਂ ਤੋਂ ਆਪਾਂ ਨੂੰ ਪਤਾ ਚੱਲਦਾ ਹੈ ਵੀ ਕਿਸ ਟਾਈਪ ਦਾ ਪੀਰੀਅਡ ਸੀ, ਵੈਦਿਕ ਟਾਈਮ ਦੇ ਵਿੱਚ ਲੋਕ ਕਿਵੇਂ ਦੇ ਸੀ, ਉਹਨਾਂ ਦੀ ਆਕੂਪੇਸ਼ਨ ਕੀ ਸੀ। ਸੋ ਇਹਦੇ ਲਈ ਅਲੱਗ-ਅਲੱਗ ਸੋਰਸਿਸ ਫੋਲੋ ਕੀਤੇ ਜਾਂਦੇ ਨੇ ਤੇ ਜਿਹੜਾ ਵੈਦਿਕ ਲਿਟਰੇਚਰ ਦਾ ਸੋਰਸ ਹੈ ਉਹਨੂੰ ਕਿਹਾ ਜਾਂਦਾ ਹੈ ਸ਼ਰੂਤੀ, ਆਪਸ਼ਨ ਏ। ਸੋ ਕਈ ਵਾਰੀ ਐਗਜ਼ਾਮ ਦੇ ਵਿੱਚ ਲਿਟਰਲ ਮੀਨਿੰਗ ਵੀ ਆ ਜਾਂਦਾ ਹੈ, ਸੋ ਆਪਾਂ ਦੇਖ ਲੈਂਦੇ ਹਾਂ। ਸ਼ਰੂਤੀ ਦਾ ਲਿਟਰਲ ਮੀਨਿੰਗ ਹੈ what has been heard, ਮਤਲਬ ਜੋ ਡਾਇਰੈਕਟਲੀ ਗॉड ਤੋਂ, ਰੱਬ ਤੋਂ ਸੁਣਿਆ ਗਿਆ ਉਹ ਸਾਰਾ ਕੁਝ। ਇੱਕ ਤਾਂ ਆਪਾਂ ਨੂੰ ਵੇਦਾਸ ਤੋਂ ਮਿਲਦਾ ਹੈ, ਦੂਜਾ ਆਪਾਂ ਨੂੰ ਮਿਲਦਾ ਹੈ ਉਪਨਿਸ਼ਦ ਤੋਂ। ਤੇ ਜੇ ਆਪਾਂ ਉਰੇ ਸੈਕਿੰਡ ਚੀਜ਼ ਦੀ ਗੱਲ ਕਰੀਏ, ਇੱਕ ਹੋਰ ਇੰਪੋਰਟੈਂਟ ਸੋਰਸ ਹੈ ਸਮ੍ਰਿਤੀ। ਸੋ ਸਮ੍ਰਿਤੀ ਦਾ ਮਤਲਬ ਹੈ ਉਹ ਚੀਜ਼ਾਂ ਜਿਹੜੀਆਂ ਕਿ ਯਾਦ ਰੱਖੀਆਂ ਗਈਆਂ ਨੇ, ਰਿਮੈਂਬਰਡ। ਸੋ ਇਹਦੇ ਵਿੱਚ ਆ ਜਾਂਦੇ ਨੇ ਜਿਵੇਂ ਮਨੂ ਦੇ ਲਾਅ ਹੋ ਗਏ ਜਾਂ ਮਹਾਭਾਰਤ ਹੋ ਗਈ, ਰਾਮਾਇਣ ਹੋ ਗਈ। ਸੋ ਇਹ ਸਾਰੇ ਕੀ ਨੇ? ਸਮ੍ਰਿਤੀ। ਸੋ ਇਹ ਤੁਸੀਂ ਯਾਦ ਰੱਖਣਾ ਹੈ ਵੀ ਵੇਦਾਸ ਸ਼ਰੂਤੀ ਦੇ ਅੰਦਰ ਆਉਂਦੇ ਨੇ, ਪੁਰਾਣ, ਮਹਾਭਾਰਤ, ਰਾਮਾਇਣ ਇਹ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਸਮ੍ਰਿਤੀ ਦੇ ਅੰਦਰ। ਨੈਕਸਟ ਹੈ ਵੈਦਿਕ ਕਲਚਰ ਦਾ ਫਾਊਂਡਰ ਕੌਣ ਹੈ? ਸੋ ਵੈਦਿਕ ਕਲਚਰ ਦਾ ਫਾਊਂਡਰ ਮੰਨਿਆ ਜਾਂਦਾ ਹੈ ਆਰੀਆਜ਼ ਨੂੰ, ਆਪਸ਼ਨ ਬੀ। ਨੈਕਸਟ ਇਜ਼ ਰਿਗਵੇਦ ਦੇ ਅਨੁਸਾਰ ਸਭ ਤੋਂ ਇੰਪੋਰਟੈਂਟ ਗॉड ਕੌਣ ਸੀ? ਸੋ ਉਸ ਸਮੇਂ ਦਾ ਸਭ ਤੋਂ ਇੰਪੋਰਟੈਂਟ ਗॉड ਸੀ ਇੰਦਰ, ਆਪਸ਼ਨ ਬੀ। ਰਿਟਰਨ ਆਫ ਦੀ ਆਰੀਅਨਸ ਇਹ ਕਿਤਾਬ ਕਿਹਨੇ ਲਿਖੀ? ਸੋ ਇਹਦੇ ਆਥਰ ਹੈ ਆਪਸ਼ਨ ਏ ਭਗਵਾਨ ਐਸ ਗਿਦਵਾਨੀ। ਨੈਕਸਟ ਇਜ਼ ਜਿਹੜੀ ਰਿਵਰ ਚੇਨਾਬ ਸੀ ਵੈਦਿਕ ਸਮੇਂ ਵਿੱਚ ਇਹਨੂੰ ਕੀ ਕਿਹਾ ਜਾਂਦਾ ਸੀ, ਕਿਹੜੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ? ਸੋ ਵੈਦਿਕ ਪੀਰੀਅਡ ਦੇ ਵਿੱਚ ਰਿਵਰ ਚੇਨਾਬ ਦਾ ਨਾਮ ਸੀ ਅਸਕਿਨੀ, ਆਪਸ਼ਨ ਏ। ਸੋ ਇਹ ਵੀ ਹਰ ਐਗਜ਼ਾਮ ਵਿੱਚ ਤੁਸੀਂ ਦੇਖੋਗੇ ਕਿ ਕੁਐਸਚਨ ਡੈਫੀਨੇਟਲੀ ਪੁੱਛਿਆ ਜਾਂਦਾ ਹੈ ਵੀ ਸਤਲੁਜ ਨੂੰ ਕੀ ਕਿਹਾ ਜਾਂਦਾ ਸੀ, ਰਾਵੀ ਨੂੰ ਕੀ ਕਿਹਾ ਜਾਂਦਾ ਸੀ। ਸੋ ਜਿਹੜੇ ਇਹਨਾਂ ਦੇ ਏਂਸ਼ੀਅੰਟ ਨੇਮਸ ਨੇ ਰਿਵਰ ਦੇ, ਇਹ ਵੀ ਤੁਸੀਂ ਐਗਜ਼ਾਮ ਦੇ ਲਈ 100% ਤਿਆਰ ਕਰਕੇ ਜਾਣੇ ਆ। ਨੈਕਸਟ ਇਜ਼ which one of the following assembly was also called Narishta, meaning a resolution that cannot be broken? ਮਤਲਬ ਇੱਕ ਇਹੋ ਜਿਹਾ ਤੁਸੀਂ ਸ਼ਬਦ ਲੈ ਲਈ, ਰੈਜ਼ੋਲੂਸ਼ਨ ਲੈ ਲਿਆ ਜਿਹੜਾ ਕਦੇ ਟੁੱਟ ਨਹੀਂ ਸਕਦਾ। ਸੋ ਇਹਨਾਂ ਦੇ ਵਿੱਚੋਂ ਕਿਹੜੀ ਅਸੈਂਬਲੀ ਸੀ ਜਿਹਨੂੰ ਨਰਿਸ਼ਟਾ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ? ਮਤਲਬ ਇੱਕ ਇਹੋ ਜਿਹੀ ਚੀਜ਼ ਜਿਹੜੀ ਨਹੀਂ ਟੁੱਟ ਸਕਦੀ ਸੀ ਜਲਦੀ ਜਲਦੀ, ਉਹ ਸੀ ਆਪਸ਼ਨ ਸੀ ਸਭਾ। ਸੋ ਸਭਾ ਤੇ ਸਮਿਤੀ ਦੋ ਤਰ੍ਹਾਂ ਦੀਆਂ ਬਾਡੀਜ਼ ਸੀਗੀਆਂ ਏਂਸ਼ੀਅੰਟ ਪੀਰੀਅਡ ਦੇ ਟਾਈਮ। ਸੋ ਨੈਕਸਟ ਇਜ਼ 10 ਰਾਜਨ। 10 ਰਾਜਨ ਕੌਣ ਸੀ? ਸੋ ਇੱਕ ਲੜਾਈ ਦੀ ਗੱਲ ਹੁੰਦੀ ਹੈ 10 ਰਾਜਿਆਂ ਦੀ ਏਂਸ਼ੀਅੰਟ ਪੀਰੀਅਡ ਦੇ ਵਿੱਚ, ਬੈਟਲ ਆਫ ਟੈਲਕਿੰਗ। ਸੋ ਇਹਨੂੰ ਕਿਹਾ ਜਾਂਦਾ ਹੈ 10 ਰਾਜਨ। ਨੈਕਸਟ ਇਜ਼ ਵਿਚ ਪਾਰਟ ਆਫ ਰਿਗਵੇਦ ਗਿਵਸ ਐਨ ਅਕਾਊਂਟ ਆਫ origin of universe, ਜਿਹੜਾ ਆਪਣਾ ਸੰਸਾਰ ਹੈ ਉਹ ਕਿਵੇਂ ਬਣਿਆ? ਰਿਗਵੇਦ ਦੇ ਕਿਹੜੇ ਹਿੱਸੇ ਨੂੰ ਪੜ੍ਹ ਕੇ ਆਪਾਂ ਨੂੰ ਇਹਦੇ ਬਾਰੇ ਪਤਾ ਚੱਲਦਾ ਹੈ? ਸੋ ਦਿਸ ਇਜ਼ ਗਿਵਨ ਇਨ 10th ਮੰਡਾਲਾ, ਆਪਸ਼ਨ ਡੀ। ਨੈਕਸਟ ਇਜ਼ ਜਿਹੜਾ ਆਪਣਾ ਭਾਰਤ ਦਾ ਮਿਊਜ਼ਿਕ ਹੈ, ਸੰਗੀਤ ਹੈ, ਉਹਦੇ origin ਬਾਰੇ ਕਿੱਥੋਂ ਪਤਾ ਚੱਲਦਾ ਹੈ? ਸੋ ਇਹਦੀ ਗੱਲ ਹੋ ਰਹੀ ਹੈ ਸਾਮਵੇਦ ਦੇ ਵਿੱਚ, ਆਪਸ਼ਨ ਬੀ। Who of the following has opened that origin homeland of Aryan was Arctic region? ਸੋ ਇਹਨਾਂ ਵਿੱਚੋਂ ਕਿਹਨੇ ਕਿਹਾ ਸੀ ਵੀ ਅਸਲੀ ਘਰ ਆਰੀਅਨਸ ਦਾ ਆਰਕਟਿਕ ਰੀਜਨ ਹੈ, ਭਾਰਤ ਨਹੀਂ ਹੈ? ਸੋ ਇਹ ਕਿਹਾ ਸੀ ਬਾਲ ਗੰਗਾਧਰ ਤਿਲਕ ਨੇ, ਆਪਸ਼ਨ ਏ। ਜਿਹੜਾ ਕੁਐਸਚਨ ਹੈ ਕਾਫੀ ਐਗਜ਼ਾਮਸ ਦੇ ਵਿੱਚ ਰਿਪੀਟ ਹੋਇਆ ਹੈ, ਚਾਹੇ ਕੋਈ ਬੇਸਿਕ ਲੈਵਲ ਦਾ ਕੋਈ ਹਾਈ ਲੈਵਲ ਦਾ ਐਗਜ਼ਾਮ ਹੈ। ਸੋ ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ। ਨੈਕਸਟ ਇਜ਼ ਯੋਗ ਫਿਲਾਸਫੀ ਦੇ ਪ੍ਰਪਾਉਂਡਰ ਕੌਣ ਨੇ? ਸੋ ਇਹਦੇ ਪ੍ਰਪਾਉਂਡਰ ਹੈ ਆਪਸ਼ਨ ਏ ਪਤੰਜਲੀ। ਜਿਹੜੀ ਡਾਈਸ ਦੀ ਗੇਮ ਹੈ ਇਹ ਕਿੱਥੋਂ ਦਾ ਰਿਚੁਅਲ ਸੀ, ਕਿਹੜੀ ਚੀਜ਼ ਦਾ ਹਿੱਸਾ ਸੀ? ਸੋ ਇਹ ਸੀ ਰਾਜਾਸੂਆ ਦਾ, ਆਪਸ਼ਨ ਸੀ। ਨੈਕਸਟ ਹੈ ਗੰਗਾ ਯਮੁਨਾ ਨਦੀਆਂ ਦੇ ਬਾਰੇ, ਰਿਵਰਸ ਬਾਰੇ ਕਿੱਥੇ ਗੱਲ ਕੀਤੀ ਗਈ ਹੈ ਸਭ ਤੋਂ ਪਹਿਲੀ ਵਾਰੀ? ਸੋ ਇਹਨਾਂ ਦਾ ਮੈਂਸ਼ਨ ਹੋਇਆ ਹੈ ਰਿਗਵੇਦ ਵਿੱਚ, ਆਪਸ਼ਨ ਏ। ਗਾਇਤਰੀ ਮੰਤਰ ਹੈ ਜਿਹੜਾ ਕਿਹੜੇ ਗॉड ਨੂੰ ਡੈਡੀਕੇਟਡ ਹੈ? ਸੋ ਇਹ ਹੈ ਗॉडेस ਸਵਿਤਰੀ ਨੂੰ, ਆਪਸ਼ਨ ਡੀ। ਸਤਪਥ ਬ੍ਰਾਹਮਣ
किस चीज ਨਾਲ रिलेटेड है? सो ए रिलेटेड है ऑप्शन बी यजुर्वेद. दिस इज आल्सो वेरी इंपॉर्टेंट. सब तो पहला लॉर्ड कृष्णा देवकी पुत्र कृष्णा ਦੀ ਗੱਲ ਕਿੱਥੇ ਹੋਈ ਹੈ? ਸੋ ਇਹਨਾਂ ਦੀ ਗੱਲ ਹੋਈ ਹੈ ਚੰਦੋਗਿਆ ਉਪਨਿਸ਼ਦ ਵਿੱਚ. Next is who was the most celebrated craftsman? ਸਭ ਤੋਂ ਜ਼ਿਆਦਾ ਵੈਦਿਕ ਏਜ ਦੇ ਵਿੱਚ ਕਿਹੜੇ ਕ੍ਰਾਫਟਸਮੈਨ ਦੀ ਗੱਲ ਹੋ ਰਹੀ ਹੈ, ਕਿਹਦਾ ਕੰਮ ਸਭ ਤੋਂ ਜ਼ਿਆਦਾ ਬੁੱਕਸ ਦੇ ਵਿੱਚ ਪੜ੍ਹਨ ਨੂੰ ਮਿਲਦਾ ਹੈ? ਸੋ ਉਹ ਹੈ ਕਾਰਪੈਂਟਰ ਦਾ ਆਪਸ਼ਨ ਏ. ਨੈਕਸਟ ਇਜ਼ ਸੰਸਕ੍ਰਿਤ ਗ੍ਰਾਮਰ ਕਿਹਨੇ ਲਿਖੀ ਹੈ? ਇਹ ਵੀ ਕੁਐਸਚਨ ਬਹੁਤ ਇੰਪੋਰਟੈਂਟ ਹੈ. ਸੋ ਸੰਸਕ੍ਰਿਤ ਗ੍ਰਾਮਰ ਲਿਖੀ ਗਈ ਸੀ ਪਾਣਿਨੀ ਦੇ ਦੁਆਰਾ, ਆਪਸ਼ਨ ਏ. ਦ ਵਰਡ ਸਤਯਮੇਵ ਜਯਤੇ ਜਿਹੜੇ ਆਪਣੇ ਇੰਡੀਆ ਦੇ ਸਟੇਟ ਐਂਬਲਮ ਦੇ ਵਿੱਚ ਨੇ have been adopted from which one of the following? ਸੋ ਇਹਨਾਂ ਦੇ ਵਿੱਚੋਂ ਜਿਹੜਾ ਆਪਣਾ ਐਂਬਲਮ ਹੈ, ਨੈਸ਼ਨਲ ਐਂਬਲਮ ਹੈ ਸਤਯਮੇਵ ਜਯਤੇ, ਉਹ ਲਿਆ ਗਿਆ ਮੁੰਦਾਕਾ ਉਪਨਿਸ਼ਦ, ਆਪਸ਼ਨ ਏ. ਰਿਗਵੇਦ ਪੀਰੀਅਡ ਦੇ ਟਾਈਮ ਨਿਸ਼ਕਾ ਇੱਕ ornament ਸੀ, ਜੁਐਲਰੀ ਸੀ, ਕਿੱਥੇ ਪਾਈ ਜਾਂਦੀ ਸੀ? ਸੋ ਇਹ ਪਾਈ ਜਾਂਦੀ ਸੀ ਗਲੇ ਵਿੱਚ, ਨੈਕ. ਇਹ ਵੀ ਕੁਐਸਚਨ ਕਾਫੀ ਵਾਰੀ ਐਗਜ਼ਾਮਸ ਵਿੱਚ ਰਿਪੀਟ ਹੁੰਦਾ ਹੈ. ਨੈਕਸਟ ਇਜ਼ ਕਿਹੜੀ ਜਗ੍ਹਾ ਨੂੰ ਆਰੀਅਨ ਕਲਚਰ ਦਾ ਹਬ ਇੱਕ ਤਰ੍ਹਾਂ ਨਾਲ ਗੜ ਮੰਨਿਆ ਜਾਂਦਾ ਸੀ ਲੇਟਰ ਵੈਦਿਕ ਪੀਰੀਅਡ ਦੇ ਸਮੇਂ? ਸੋ ਉਹ ਸੀ ਕੁਰੂ ਤੇ ਪੰਚਾਲ, ਆਪਸ਼ਨ ਸੀ. In which of the Vedas Sabha Smriti are called as two daughters of Prajapati? ਸੋ ਕਿਹੜੇ ਵੇਦ ਦੇ ਵਿੱਚ ਗੱਲ ਕੀਤੀ ਗਈ ਹੈ ਵੀ ਸਭਾ ਤੇ ਸਮਿਤੀ ਦੇ ਦੋ ਆਰਗੇਨਾਈਜੇਸ਼ਨ ਨੇ, ਬੋਡੀਜ਼ ਨੇ, ਇਹ ਪ੍ਰਜਾਪਤੀ ਦੀਆਂ ਦੋ ਕੁੜੀਆਂ ਨੇ. ਸੋ ਇਹ ਜਿਹੜੀ ਇੱਕ ਤਰ੍ਹਾਂ ਨਾਲ ਰੈਫਰੈਂਸ ਦਿੱਤੀ ਗਈ ਹੈ, ਇਹ ਦਿੱਤੀ ਗਈ ਹੈ ਅਥਰਵਵੇਦ ਵਿੱਚ, ਆਪਸ਼ਨ ਡੀ. ਰਿਗਵੇਦ ਟਾਈਮ ਸੀ ਜਿਹੜਾ, ਉਸ ਸਮੇਂ ਇਕਨੋਮੀ ਕਿਸ ਤਰ੍ਹਾਂ ਦੀ ਸੀ? ਸੋ ਇਕਨੋਮੀ ਸੀ ਬੇਸਿਕਲੀ ਐਗਰੀਕਲਚਰਲ ਨੇਚਰ ਦੀ ਤੇ ਰੂਰਲ ਇਕਨੋਮੀ ਸੀ. ਸੋ ਆਪਸ਼ਨ ਬੀ ਇਜ਼ ਦ ਰਾਈਟ ਆਨਸਰ. ਵਰਡ ਯਾਵਾ ਜਿਹੜਾ ਰਿਗਵੇਦ ਵਿੱਚ ਪਾਇਆ ਜਾਂਦਾ ਹੈ, ਇਹ ਕਿਹੜਾ ਐਗਰੀਕਲਚਰਲ ਪ੍ਰੋਡਕਟ ਹੈ? ਸੋ ਯਾਵਾ ਹੈ ਬਾਰਲੇ, ਆਪਸ਼ਨ ਏ. ਸੋ ਨੈਕਸਟ ਹੁਣ ਆਪਾਂ ਨੇ ਸੰਹਿਤਾਸ ਨੂੰ ਉਪਨਿਸ਼ਦ ਦੇ ਨਾਲ ਮੈਚ ਕਰਨਾ ਹੈ. ਰਿਗਵੇਦ ਕੌਸ਼ਿਟਾਕੀ, ਯਜੁਰਵੇਦ ਕਥਾ, ਸਾਮਵੇਦ ਛੰਦੋਗਿਆ ਐਂਡ ਅਥਰਵਵੇਦ ਮੁੰਦਾਕਾ. ਸੋ ਇਸ ਕੁਐਸਚਨ ਦਾ ਸਹੀ ਉੱਤਰ ਹੈ ਆਪਸ਼ਨ ਬੀ. ਨੈਕਸਟ ਇਜ਼ ਵੈਦਿਕ ਸਮੇਂ ਦੇ ਵਿੱਚ ਜਦੋਂ ਵੀ ਕਿਸੇ ਨੇ ਕੋਈ ਐਕਸਚੇਂਜ ਕਰਨਾ ਹੁੰਦਾ ਸੀ, ਲੈਣ ਦੇਣ ਕਰਨਾ ਹੁੰਦਾ ਸੀ, ਤਾਂ ਇੱਕ ਸਟੈਂਡਰਡ ਯੂਨਿਟ ਸੀ, ਇੱਕ ਵੈਲਿਊ ਸੀ ਜਿਹੜੀ ਚੀਜ਼ ਨੂੰ ਇੱਕ ਮੀਡੀਅਮ ਮੰਨਿਆ ਜਾਂਦਾ ਸੀ ਐਕਸਚੇਂਜ ਦਾ. ਮਤਲਬ ਤੁਸੀਂ ਉਹ ਚੀਜ਼ ਦੇ ਕੇ ਕਿਸੇ ਤੋਂ ਕੋਈ ਵੀ ਸਮਾਨ ਖਰੀਦ ਸਕਦੇ ਹੋ, ਦੇ ਸਕਦੇ ਹੋ, ਲੈ ਸਕਦੇ ਹੋ. ਸੋ ਬੇਸਿਕਲੀ ਸੇਲ ਪਰਚੇਸ ਦਾ ਜਿਹੜਾ ਇੱਕ ਮੀਡੀਅਮ ਸੀ, ਜਿਵੇਂ ਹੁਣ ਅੱਜ ਕੱਲ੍ਹ ਮਨੀ ਹੈ, ਪੈਸਾ ਹੈ, ਸੋ ਉਸ ਸਮੇਂ ਸੀ ਕਾਓ ਤੇ ਨੈਕਲੇਸ ਆਫ ਗੋਲਡ, ਨਿਸ਼ਕਾ. ਸੋ ਆਪਾਂ ਨੇ ਪਹਿਲਾਂ ਵੀ ਪੜ੍ਹਿਆ ਕਿ ਨਿਸ਼ਕਾ ਕਿੱਥੇ ਪਾਇਆ ਜਾਂਦਾ ਹੈ? ਇਹ ornament ਨੈਕ ਵਿੱਚ ਪਾਇਆ ਜਾਂਦਾ ਹੈ. ਸੋ ਇਹਨੂੰ ਸੋਨੇ ਦਾ ਹਾਰ ਹੈ ਤੇ ਇੱਕ ਕਾਓ, ਇਹ ਦੋਨੋਂ ਹੀ ਸਟੈਂਡਰਡ ਯੂਨਿਟ ਮੰਨੇ ਜਾਂਦੇ ਸੀ ਮੀਡੀਅਮ ਆਫ ਐਕਸਚੇਂਜ ਦੇ. ਆਪਸ਼ਨ ਸੀ ਇਜ਼ ਦ ਰਾਈਟ ਆਨਸਰ. ਨੈਕਸਟ ਹੈ ਵੈਦਿਕ ਪੀਰੀਅਡ ਤੇ ਜੇ ਆਪਾਂ ਗੱਲ ਕਰੀਏ ਤਾਂ ਕਿਹੜੇ ਵਿਆਹ ਦੇ ਵਿੱਚ ਜਿਹੜੀ ਬ੍ਰਾਈਡ ਸੀ ਉਹਨੂੰ ਪੈਸਾ ਦੇ ਕੇ ਵਿਆਹਿਆ ਜਾਂਦਾ ਸੀ, ਮਤਲਬ ਇੱਕ ਤਰ੍ਹਾਂ ਨਾਲ ਉਹਨੂੰ ਖਰੀਦਿਆ ਜਾਂਦਾ ਸੀ. ਸੋ ਪੇਮੈਂਟ ਆਫ ਬ੍ਰਾਈਡ ਪ੍ਰਾਈਸ ਇੱਕ ਕੰਡੀਸ਼ਨ ਹੁੰਦੀ ਸੀ. ਇਹ ਮੈਰਿਜ ਸੀ ਅਸੁਰਾ, ਆਪਸ਼ਨ ਏ. ਨੈਕਸਟ ਇਜ਼ ਕਿਹੜਾ ਮਹਾਜਨਪਦ ਸੀ ਜਿਹੜਾ ਰਿਵਰ ਗੋਦਾਵਰੀ ਦੇ ਕੰਢੇ ਤੇ ਸੀ? ਸੋ ਇਹ ਸੀ ਅਸਮਾਕਾ, ਆਪਸ਼ਨ ਸੀ. ਅਗਰਹਾਰ ਇਨ ਅਰਲੀ ਇੰਡੀਆ ਵਾਸ, ਸੋ ਅਗਰਹਾਰ ਸੀ ਜਾਂ ਤਾਂ ਕਿਸੇ ਪਿੰਡ ਦਾ ਨਾਮ ਜਾਂ ਫਿਰ ਉਹ ਜਗ੍ਹਾ ਜਿਹੜੀ ਸਪੈਸ਼ਲੀ ਸਿਰਫ ਬ੍ਰਾਹਮਣਸ ਨੂੰ ਗ੍ਰਾਂਟ ਕੀਤੀ ਜਾਂਦੀ ਸੀ. ਸੋ ਇਟ ਵਾਸ ਆਪਸ਼ਨ ਏ. ਨੈਕਸਟ ਇਜ਼ ਜੌਰਵੇ ਕਲਚਰ ਨਾਲ ਰਿਲੇਟਡ ਕਿਹੜੀ ਸਟੇਟਮੈਂਟ ਸਹੀ ਨਹੀਂ ਹੈ? ਜਿਹੜਾ ਜੌਰਵੇ ਕਲਚਰ ਹੈ ਇਹ ਚੈਲਕੋਲਿਥ ਕਲਚਰ ਦਾ ਇੱਕ ਇੰਪੋਰਟੈਂਟ ਪਾਰਟ ਹੈ ਤੇ ਕਾਫੀ ਵਾਰੀ ਸਟੂਡੈਂਟਸ ਜਦੋਂ ਏਂਸ਼ੀਅੰਟ ਹਿਸਟਰੀ ਤਿਆਰ ਕਰਦੇ ਨੇ ਤਾਂ ਇਸ ਟੌਪਿਕ ਨੂੰ ਮਿਸ ਕਰਦੇ ਨੇ, ਬਟ ਐਗਜ਼ਾਮ ਦੇ ਵਿੱਚ ਬਾਰ-ਬਾਰ ਕੁਐਸਚਨ ਰਿਪੀਟ ਹੁੰਦੇ ਨੇ ਰਿਲੇਟਡ ਟੂ ਜੌਰਵੇ ਕਲਚਰ. ਸੋ ਜਿਹੜੀ ਸਟੇਟਮੈਂਟ ਗਲਤ ਹੈ ਉਹ ਹੈ ਆਪਸ਼ਨ ਡੀ, ਕਿਉਂਕਿ ਸਾਰੀਆਂ ਸੈਟਲਮੈਂਟ ਨਾਰਥ ਡੈਕਨ ਦੀਆਂ ਡਿਜ਼ਰਟ ਨਹੀਂ ਸੀ ਹੋਈਆਂ. ਸੋ ਉਰੇ ਜਿਹੜਾ ਆਲ ਵਰਡ ਹੈ ਇਹ ਗਲਤ ਹੈ. ਸੋ ਆਪਸ਼ਨ ਡੀ ਇਜ਼ ਰੋਂਗ. ਬਾਕੀ ਜਿਹੜੀਆਂ ਪਹਿਲੀਆਂ ਤਿੰਨ ਸਟੇਟਮੈਂਟਸ ਨੇ ਇਹ ਬਿਲਕੁਲ ਸਹੀ ਨੇ. ਨੈਕਸਟ ਇਜ਼ ਇੱਕ ਇਨਸਕ੍ਰਿਪਸ਼ਨ ਹੈ 14ਵੀਂ ਸੈਂਚੁਰੀ ਦਾ ਜਿਹੜਾ ਡਿਸਕ੍ਰਾਈਬ ਕਰਦਾ ਹੈ ਵੈਦਿਕ ਗॉड्स ਦੇ ਬਾਰੇ, ਇਹ ਕਿੱਥੇ ਮਿਲਿਆ? ਸੋ ਇਹ ਫਾਊਂਡ ਹੋਇਆ ਬੋਗਸ ਕੋਏ, ਆਪਸ਼ਨ ਬੀ, ਵੈਰੀ ਇੰਪੋਰਟੈਂਟ. ਨੈਕਸਟ ਇਜ਼ ਮਹਾਭਾਰਤ ਦੀ ਜੇ ਗੱਲ ਕਰੀਏ ਤਾਂ ਜਿਹੜੇ ਕੁਨਿੰਦਾ ਕਿੰਗ ਸੀ ਉਹਨਾਂ ਨੂੰ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਸੀ? ਸੋ ਦੇ ਵਰ ਨੋਨ ਬਾय द्विज श्रेष्ठ, ਆਪਸ਼ਨ ਸੀ.
इन कंटैक्सट ऑफ इंडियन कल्चर रीत का की मतलब है। सो रीत का मतलब है नैचुरल लॉ, ਜਿਹੜੀ ਚੀਜ਼ ਚੱਲਦੀ ਆ ਰਹੀ ਹੈ ਨੈਚੁਰਲੀ ਆਪਾਂ ਨੂੰ ਇੰਬਾਈਬ ਕੀਤੀ ਆਪਾਂ ਨੇ ਆਪਣੇ ਸੋਸਾਇਟੀ ਵਿੱਚ। ਸੋ ਰੀਤ ਜਾਂ ਫਿਰ ਕਈ ਵਾਰੀ ਇਹ ਸਪੈਲਿੰਗ ਵੀ ਹੁੰਦੇ ਨੇ। ਸੋ ਨੈਕਸਟ ਹੈ ਏਕਾ ਬ੍ਰਾਹਮਣ। ਕਿਹੜੇ ਰੂਲਰ ਦੇ ਲਈ ਇਹ ਟਰਮ ਯੂਜ਼ ਕੀਤੀ ਜਾਂਦੀ ਸੀ? ਸੋ ਇਹ ਯੂਜ਼ ਕੀਤੀ ਜਾਂਦੀ ਸੀ ਗੌਤਮੀ ਪੁੱਤਰ ਸ਼ਤਾਕਰਨੀ ਲਈ। नेक्स्ट इज टोटल नंबर ऑफ पुराण कितने ने? सो मेन पुराण्स ने 18 ऑप्शन सी। नेक्स्ट ਹੁਣ इंडियन फ्रीडम मूवमेंट ਦੇ क्वेश्चन स्टार्ट हो गए। सो ਇਹ क्वेश्चन है रानी गाइडिनलू कौन सी? सो वेरी इंपॉर्टेंट ਇਹ ਸੀ ਨਾਗਾਲੈਂਡ ਤੋਂ ਇੱਕ ਲੀਡਰ ਜਿਨ੍ਹਾਂ ਨੇ ਜਿਹੜਾ ਫੋਰਨ ਰੂਲ ਸੀ ਗਾਂਧੀ ਜੀ ਦੇ ਕਹਿਣ ਦੇ ਉੱਤੇ ਉਹਦੇ ਅਗੇਂਸਟ ਇੱਕ ਮੋਰਚਾ ਸ਼ੁਰੂ ਕੀਤਾ ਸੀ। So she raised the banner of rebellion against the foreign rule on the call of Gandhi. So very important option B. So कुछ statements ने फर्स्ट वर्ल्ड वॉर ਤੇ ਨੈਸ਼ਨਲਿਸਟ ਦਾ ਉਹਦੇ ਨੂੰ ਰਿਸਪੌਂਸ ਕੀ ਸੀਗਾ? ਸੋ ਜਦੋਂ ਪਹਿਲੀ ਵਰਲਡ ਵਾਰ ਹੋਈ ਉਦੋਂ ਆਪਾਂ ਨੂੰ ਪਤਾ ਹੈ ਕਿ ਜਿਹੜਾ ਆਪਣਾ ਇੰਡੀਆ ਸੀ ਉਹ ਹਜੇ ਵੀ ਬ੍ਰਿਟਿਸ਼ਰਸ ਦੇ ਕੰਟਰੋਲ ਦੇ ਅੰਦਰ ਸੀ। ਸੋ ਉਸ ਸਮੇਂ ਜਿਹੜੇ ਨੈਸ਼ਨਲਿਸਟ ਸੀਗੇ ਜਿਹੜੇ ਇੰਪੋਰਟੈਂਟ ਇੰਡੀਅਨ ਫਰੀडम मूवमेंट ਦੇ ਵਿੱਚ ਲੋਕ ਹਿੱਸਾ ਲੈ ਰਹੇ ਸੀ ਉਹਨਾਂ ਦਾ ਪਹਿਲੀ ਵਰਲਡ ਵਾਰ ਤੋਂ ਬਾਅਦ ਕੀ ਰਿਸਪੌਂਸ ਰਿਹਾ? ਸੋ ਇਸ ਸਿਚੁਏਸ਼ਨ ਨੂੰ ਲੈ ਕੇ ਆਪਣੇ ਕੋਲ ਤਿੰਨ ਸਟੇਟਮੈਂਟ ਨੇ ਆਪਾਂ ਨੇ ਦੱਸਣਾ ਵੀ ਕਿਹੜੀਆਂ ਸਟੇਟਮੈਂਟ ਸਹੀ ਨੇ। ਸੋ ਪਹਿਲੀ ਸਟੇਟਮੈਂਟ ਹੈ moderates opposed the British Empire in the time of war, forcing the hidden selfish motive of British government of protecting its colonialist interest by waging a war. Second, extremists supported the war effort of the British, believing that Britain will repay India's loyalty. Next is the period of First World War witnessed revolutionary activities against the British government through organization like Ghadar Party in North America. So ਜਿਹੜੀ second ਤੇ third statement ਹੈ ਇਹ ਬਿਲਕੁਲ ਸਹੀ ਹੈ ਤੇ ਇਸ question ਦਾ right answer ਹੈ option B. Next is स्वदेशी मूवमेंट ਨੂੰ ਲੈ ਕੇ ਤਿੰਨ statements ਨੇ। So we have to tell ਕਿ ਕਿਹੜੀ statement ਸਹੀ ਹੈ। ਪਹਿਲੀ statement ਹੈ ਵੀ ਜਿਹੜੀ मूवमेंट ਸੀ स्वदेशी मूवमेंट ਇਹਦੇ ਵਿੱਚ ਐਂਟੀ ਪਾਰਟੀਸ਼ਨ मूवमेंट ਦਾ ਇੱਕ ਜੈਨੇਸਿਸ ਸੀ, ਮਤਲਬ ਇਹਦੇ ਵਿੱਚ ਮੇਨ बेस छुपिया होया सी अगेंस्ट द ब्रिटिश डिसीजन टू पार्टीशन बंगाल। सो ए स्टेटमेंट बिल्कुल सही है। नेक्स्ट, द मूवमेंट डिड नॉट विटनेस एनी पार्टिसिपेशन फ्रॉम विमेन रूरल पॉपुलेशन। सो जिहड़ी स्वदेशी मूवमेंट सी ओहदे विच विमेन ने पूरी एक्टिवली पार्टिसिपेट कीता सी, रूरल लोकां ने भी। सो ये जिहड़ी सेकंड स्टेटमेंट है ये गलत है। नेक्स्ट इज मूवमेंट वाज कन्फाइंड टू द रीजन ऑफ बंगाल ओनली। सो ये भी बिल्कुल गलत है। मूवमेंट इंडिया के मोस्टली मेजर पार्ट्स दे विच फैल गई सी स्वदेशी मूवमेंट। सो एक थर्ड स्टेटमेंट भी गलत है। सो इस क्वेश्चन का सही उत्तर है ऑप्शन ए। नेक्स्ट है इंडिविजुअल सत्याग्रह नाल रिलेटेड तीन स्टेटमेंट। सो आपां ने दसना भी इन्हां दे विचों किहड़ी स्टेटमेंट सही है। सो पहली कह रही है भी जिहड़ा भी कल्ले तौर ते सत्याग्रही की डिमांड कर रहा सी कि ओनू जिहड़ी वॉर चल रही है ਉਹਦੇ ਵਿੱਚ पार्टिसिपेशन के खिलाफ एक फ्रीडम होनी चाहिए स्पीच की, बोलन की, अपनी गल रखन की। सो ये डिमांड बिल्कुल सही है। दिस वाज पार्ट ऑफ इंडिविजुअल सत्याग्रह। सैकेंड स्टेटमेंट कह रही है भी जिहड़ा सत्याग्रही है ਉਹਨੂੰ स्पीच देने तो पहला डिस्ट्रिक्ट मजिस्ट्रेट को जाके ये दसना पऊगा भी वो कित्थे स्पीच देन जा रहा है, कदों देन जा रहा है, टाइम ते प्लेस। सो ये भी स्टेटमेंट सही है। तीजी कह रही है भी जवाहरलाल नेहरू पहले इंडिविजुअल सत्याग्रही सी। सो दिस स्टेटमेंट इज रॉन्ग क्योंकि ये सेकंड सीगे, पहले सी आचार्य विनोबा भावे। सो ये तुहानू अलग तो भी क्वेश्चन एग्जाम च आ रहा है कि पहले इंडिविजुअल सत्याग्रही कौन सी। सो ये तुसी दोनों इंपॉर्टेंट फैक्ट याद रखने हैं। सो इस क्वेश्चन का सही उत्तर है ऑप्शन ए 1 and 2 ओनली। नेक्स्ट इज एका मूवमेंट। सो एका मूवमेंट के रिलेटेड तीन स्टेटमेंट है। पहली कह रही है द मूवमेंट वॉज स्टार्टेड इन द बैकग्राउंड ऑफ पीजेंट डिसकंटेंट। सो जिहड़ी फार्मर्स दी पीजेंट दी एक डिसकंटेंट हुई सी, लड़ाई हुई सी हरदोली, बहराज ते सीतापुर डिस्ट्रिक्ट विच, ओहदे कारण ओहदे बैकग्राउंड दे वजों ये मूवमेंट स्टार्ट हुई। सो ये स्टेटमेंट सही है। वन ऑफ द मेजर ग्रीवेंस, मेन मतलब ग्रीवेंस की सी, प्रॉब्लम की सी, was related to extraction of rent that was generally 50% higher। ਜਿਹੜਾ ਰਿਕਾਰਡਸ ਦੇ ਵਿੱਚ ਰੈਂਟ ਸੀ ਉਹਦੇ ਨਾਲੋਂ 50% ਜ਼ਿਆਦਾ ਰੈਂਟ ਲਿਆ ਜਾ ਰਿਹਾ ਸੀ। ਸੋ ਇਹ ਸਟੇਟਮੈਂਟ ਵੀ ਸਹੀ ਹੈ। ਥਰਡ,
Congress and Khilafat leader did not provided the required initial thrust to peasant grievance, due to which government was able to suppress the movement easily. So ये गलत है क्योंकि support मिली सी. So third statement is wrong. So इस question ਦਾ सही उत्तर है option A. Next is Pune Pact 1932. So Pune Pact ਨਾਲ ਲੈ ਕੇ ਇਹਨਾਂ ਵਿੱਚੋਂ ਸਿਰਫ ਜਿਹੜੀ second statement ਹੈ ਇਹ ਸਹੀ ਹੈ ਕਿ ਜਿਹੜਾ ਪੂਨਾ ਪੈਕਟ ਸੀ 1932 ਦਾ ਇਹਨੂੰ ਸਰਕਾਰ ਨੇ ਐਕਸੈਪਟ ਕੀਤਾ ਸੀ as an amendment to communal award. So this statement in itself is very important ਤੇ ਇਸ question ਦਾ ਸਹੀ ਉੱਤਰ ਹੈ option B, second only. Next is the East India Company used a policy known as investment. So ਜਿਹੜੀ ਬੰਗਾਲ ਨੂੰ ਉਹਦੀ ਪੂਰੀ ਬੰਗਾਲ ਦੀ wealth ਸੀ ਪੈਸਾ ਸੀ ਉਹਨੂੰ exploit ਕਰਨ ਦੇ ਲਈ ਭਾਰਤ ਤੋਂ ਬਾਹਰ ਲੈ ਕੇ ਜਾਣ ਦੇ ਲਈ ਇਨਵੈਸਟਮੈਂਟ ਕਰ ਰਹੀ ਸੀ ਈਸਟ ਇੰਡੀਆ ਕੰਪਨੀ. ਸੋ ਈਸਟ ਇੰਡੀਆ ਕੰਪਨੀ ਦਾ ਜਿਹੜਾ ਇਨਵੈਸਟਮੈਂਟ ਦਾ ਇਹ ਪ੍ਰੋਸੈਸ ਸੀ ਇਹ ਕੀ ਸੀ ਬੇਸਿਕਲੀ. ਸੋ ਇਹ ਸੀ ਕਿ ਇੰਡੀਅਨ ਗੁੱਡਸ ਨੂੰ ਪਰਚੇਸ ਕਰਨਾ ਆਊਟ ਆਫ ਦ ਰੈਵਨਿਊ ਆਫ ਬੰਗਾਲ ਟੂ ਐਕਸਪੋਰਟ them to other colonies. ਸੋ ਬਾਕੀ ਕਲੋਨੀਜ਼ ਦੇ ਵਿੱਚ ਐਕਸਪੋਰਟ ਕੀਤੇ ਜਾਂਦੇ ਸੀ ਇੰਡੀਆ ਦੇ ਬਣਾਏ ਹੋਏ ਗੁੱਡਸ ਤੇ ਇਹਦੇ ਵਿੱਚ ਪੈਸਾ ਕਿਹਦਾ ਲੱਗ ਰਿਹਾ ਸੀ ਬੰਗਾਲ ਦਾ ਜੋ ਵੀ ਐਡਮਿਨਿਸਟ੍ਰੇਸ਼ਨ ਚੋਂ ਰੈਵਨਿਊ ਆ ਰਿਹਾ ਸੀ. So, the right answer is option A. Next is related to August offer of 1940. So, ਜਿਹੜੀ second ਤੇ third statement है, ये बिल्कुल सही है ते इस question ਦਾ right answer है option D. पहली statement गलत है क्योंकि कांग्रेस ने इन्हें reject ਕੀਤਾ ਸੀ ना कि accept ਕੀਤਾ. Next question is related to revolt of Royal Indian Navy in 1946. So पहली चीज the revolt was launched to protest against racial discrimination. So A statement सही है. दूसरी statement कह रही है कि ਜਿਹੜੇ Lord Wavell ਸੀ concurrent viceroy of India ਉਹਨਾਂ ਨੇ Indian army ਦਾ ਜਿਹੜਾ response ਸੀ ਉਹਨੂੰ condemn ਕੀਤਾ ਉਹਦੇ ਬੁਰਾ ਕਿਹਾ. ਸੋ ਇਹ ਗਲਤ ਹੈ. Lord Wavell ਨੇ Indian army ਦੀ ਜਿਹੜੀ revolt ਨੂੰ ਲੈ ਕੇ ਇੱਕ response ਸੀ ਉਹਨੂੰ ਬਿਲਕੁਲ ਵੀ condemn ਨਹੀਂ ਸੀ ਕੀਤਾ support ਕੀਤਾ ਸੀ appreciate ਕੀਤਾ ਸੀ. So easily the right answer है option A. Which one of the following was not a feature of CR formula? So ਜਿਹੜਾ CR formula ਸੀ ਉਹਦੀ ਜਿਹੜੀ ਚੀਜ਼ feature ਨਹੀਂ ਹੈ ਉਹ ਹੈ option D. ਕਿਉਂਕਿ ਜਿਹੜੀ population ਦੀ transfer ਸੀ borders ਦੇ across ਕਿ ਕਿਹੜਾ ਪਾਕਿਸਤਾਨ ਚ ਰਹੂ ਇੰਡੀਆ ਚ ਰਹੂ ਉਹ ਜਿਹੜਾ process ਸੀ ਉਹ ਪੂਰੀ ਤਰ੍ਹਾਂ voluntary basis ਤੇ ਸੀ ਆਪਣੀ ਮਰਜ਼ੀ ਸੀ ਵੀ ਕਿਨੇ ਕਿੱਧਰ ਰਹਿਣਾ ਹੈ. ਸੋ mandatory ਉੱਥੇ ਕੁਝ ਨਹੀਂ ਸੀ. Next is related to non-cooperation movement. So non-cooperation movement ਨੂੰ ਲੈ ਕੇ second ਤੇ third statement ਬਿਲਕੁਲ ਸਹੀ ਹੈ. First statement is wrong. ਤੇ ਇਸ question ਦਾ right answer ਹੈ option B. First statement ਗਲਤ ਹੈ ਕਿਉਂਕਿ ਉਰੇ ਲਿਖਿਆ ਹੋਇਆ ਹੈ ਵੀ ਇੰਡੀਅਨ ਨੈਸ਼ਨਲ ਕਾਂਗਰਸ ਨੇ ਪੂਰੀ ਤਰ੍ਹਾਂ accept ਕੀਤਾ ਸੀ ਇਹ proposal unanimously. So ਇਹ ਗਲਤ ਹੈ ਕਿਉਂਕਿ important leaders ਜਿਵੇਂ CR ਦਾਸ ਉਹਨਾਂ ਨੇ ਵਿੱਚੋਂ reject ਕੀਤਾ ਸੀ 100% ਇੰਡੀਅਨ ਨੈਸ਼ਨਲ ਕਾਂਗਰਸ ਨੇ ਇਹਨੂੰ ਐਕਸੈਪਟ ਨਹੀਂ ਕੀਤਾ. ਨੈਕਸਟ ਇਜ਼ ਕੁਝ ਮਿਨਿਸਟਰੀਜ਼ ਬਣੀਆਂ ਸੀ ਇੰਡੀਅਨ ਨੈਸ਼ਨਲ ਕਾਂਗਰਸ ਦੀਆਂ 1937 ਵਿੱਚ ਉਹਨੂੰ ਲੈ ਕੇ ਦੋ ਸਟੇਟਮੈਂਟ ਹੈ. ਸੋ ਇਹਨਾਂ ਵਿੱਚੋਂ ਪਹਿਲੀ ਸਟੇਟਮੈਂਟ ਬਿਲਕੁਲ ਸਹੀ ਹੈ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਏ. ਦੂਜੀ ਸਟੇਟਮੈਂਟ ਜਿਹੜੀ ਕਹਿ ਰਹੀ ਹੈ ਵੀ ਮਿਨਿਸਟਰੀਜ਼ ਦੇ ਰੈਜ਼ਿਗਨੇਸ਼ਨ ਨੂੰ ਗਾਂਧੀ ਜੀ ਨੇ ਵੈਲਕਮ ਕੀਤਾ. ਸੋ ਵੈਲਕਮ ਕੀਤਾ ਬਟ ਜਿਹੜਾ ਉਹ ਰੀਜ਼ਨ ਲਿਖਿਆ ਹੋਇਆ ਦਿਸ ਰੀਜ਼ਨ ਇਜ਼ ਨਾਟ ਰਾਈਟ. Next is which of the following events did not happen during Quit India movement? So ਜਦੋਂ Quit India movement ਹੋਈ ਭਾਰਤ ਛੱਡੋ ਅੰਦੋਲਨ ਸਟਾਰਟ ਹੋਇਆ ਉਸ ਸਮੇਂ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਨਹੀਂ ਹੋਈ. ਸੋ ਉਹ ਸੀ ਆਪਸ਼ਨ ਡੀ. ਗਾਂਧੀ ਜੀ ਨੇ ਇਸ ਸਮੇਂ ਉੱਤੇ ਲੋਕਾਂ ਨੂੰ ਵਾਇਲੈਂਸ ਹਿੰਸਾ ਅਪਣਾਉਣ ਤੋਂ ਬਿਲਕੁਲ ਵੀ ਨਹੀਂ ਰੋਕਿਆ ਕਿਉਂਕਿ ਗਾਂਧੀ ਜੀ ਕਹਿ ਰਹੇ ਸੀ ਕਿ ਜਿਹੜਾ ਵੀ ਉਦੋਂ ਇੱਕ ਤਰ੍ਹਾਂ ਦਾ ਵਾਇਲੈਂਟ ਮਾਹੌਲ ਬਣਿਆ ਉਹਦੇ ਵਿੱਚ ਲੋਕਾਂ ਦੀ ਗਲਤੀ ਨਹੀਂ ਸੀ ਉਹਦੇ ਵਿੱਚ ਸਰਕਾਰ ਦੀ ਗਲਤੀ ਸੀ. Which of the following statement in regard to Khilafat movement is incorrect? So Khilafat movement ਨੂੰ ਲੈ ਕੇ ਜਿਹੜੀ statement ਗਲਤ ਹੈ ਉਹ ਹੈ option D. ਕਿਉਂਕਿ ਖਿਲਾਫਤ ਕਮੇਟੀ ਨੇ ਅਲੀ ਬ੍ਰਦਰਜ਼ ਨੂੰ ਮੂਵਮੈਂਟ ਲੀਡ ਕਰਨ ਲਈ ਨਹੀਂ ਸੀ ਕਿਹਾ ਉਹਨਾਂ ਨੇ ਕਿਹਾ ਸੀ ਗਾਂਧੀ ਜੀ ਨੂੰ ਕਿ ਤੁਸੀਂ ਜਿਹੜੀ ਸਾਡੀ ਮੂਵਮੈਂਟ ਹੈ ਇਹਨੂੰ ਲੀਡ ਕਰੋ. Next is which of the following activity of peasant was not a part of Indigo revolt? So ਜਦੋਂ Indigo revolt ਹੋਇਆ ਇਹਨਾਂ ਦੇ ਵਿੱਚੋਂ ਕਿਹੜੀ ਐਕਟੀਵਿਟੀ ਪਾਰਟ ਨਹੀਂ ਹੈ. ਸੋ ਉਹ ਹੈ ਆਪਸ਼ਨ A. ਕਿਉਂਕਿ ਪੀਜ਼ੈਂਟਸ ਨੇ
ਵਾਇਲੈਂਸ ਨੂੰ ਅਪਣਾਇਆ ਸੀ, ਨਾ ਕਿ ਆਪਣੇ ਆਪ ਨੂੰ ਵਾਇਲੈਂਸ ਤੋਂ ਦੂਰ ਰੱਖਿਆ। ਬ੍ਰਿਟਿਸ਼ ਕੁਈਨ ਵਿਕਟੋਰੀਆ ਐਮਪ੍ਰੈਸ ਆਫ ਇੰਡੀਆ ਦੀ ਕਿਹੜੇ ਸਾਲ ਵਿੱਚ ਡਿਕਲੇਅਰ ਕੀਤੀ ਗਈ? ਸੋ ਉਹ ਕੀਤੀ ਗਈ 1877। ਨੈਕਸਟ ਵੈਰੀ ਇੰਪੋਰਟੈਂਟ, ਇਹ ਕੁਐਸਚਨ ਡਾਇਰੈਕਟਲੀ ਐਗਜ਼ਾਮਸ ਵਿੱਚ ਬਾਰ-ਬਾਰ ਪੁੱਛਿਆ ਜਾਂਦਾ ਹੈ ਤੇ ਐਗਜ਼ਾਮ ਵਿੱਚ ਇਹਦਾ ਈਅਰ ਹੀ ਆਉਂਦਾ। ਸੋ ਵਰਨਾਕੂਲਰ ਪ੍ਰੈਸ ਐਕਟ ਕਿਹੜੇ ਸਾਲ ਵਿੱਚ ਪਾਸ ਹੋਇਆ? This was passed in 1878, option B. Pitt's India Act 1784. Who introduced permanent settlement in Bengal? So ਅਲੱਗ-ਅਲੱਗ ਸਿਸਟਮ ਸੀਗੇ ਜਿਨ੍ਹਾਂ ਵਿੱਚੋਂ ਇੱਕ ਸੀ permanent settlement ਬੰਗਾਲ ਦਾ, ਇਹਨੂੰ ਇੰਟਰੋਡਿਊਸ ਕੀਤਾ ਲਾਰਡ ਕੌਰਨਵਾਲਿਸ ਨੇ, option B. ਰੋਵਲੈਟ ਐਕਟ ਕਿਹੜੇ ਸਾਲ ਵਿੱਚ ਪਾਸ ਹੋਇਆ? ਸੋ ਇਹ ਪਾਸ ਹੋਇਆ option B 1919 ਵਿੱਚ। In which country British power of India did not conduct an invasion? ਸੋ ਇਹਨਾਂ ਚਾਰਾਂ ਦੇ ਵਿੱਚੋਂ ਜਿਹਦੇ ਨਾਲ ਬ੍ਰਿਟਿਸ਼ ਦੀ ਲੜਾਈ ਨਹੀਂ ਹੋਈ, ਉਹਨਾਂ ਨੇ ਕੋਈ ਇਨਵੇਡ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਕਨਕਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਉਹ ਸੀ ਈਰਾਨ, ਆਪਸ਼ਨ ਟੀ। ਕਿਹੜੇ ਸਾਲ ਦੇ ਵਿੱਚ ਬ੍ਰਿਟਿਸ਼ ਸਰਕਾਰ ਨੇ ਡਾਇਰੈਕਟ ਐਡਮਿਨਿਸਟ੍ਰੇਸ਼ਨ ਸਟਾਰਟ ਕਰਤੀ ਸੀ ਇੰਡੀਆ ਦੇ ਵਿੱਚ? ਉਹ ਸੀ 1858, ਆਪਸ਼ਨ ਸੀ। In which year capital of British India was transferred from Calcutta to Delhi? So ਕਲਕੱਤੇ ਤੋਂ ਦਿੱਲੀ ਕੈਪੀਟਲ ਬਣ ਗਈ ਸੀ 1912 ਵਿੱਚ, ਆਪਸ਼ਨ ਸੀ। Who was not associated with Treaty of Bassein? So ਜਿਹੜੀ ਬਸੈਨ ਦਾ ਇੱਕ ਅਗਰੀਮੈਂਟ ਹੋਇਆ ਸੀ, ਟ੍ਰੀਟੀ ਆਈ ਸੀ, ਇਹਨਾਂ ਦੇ ਵਿੱਚੋਂ ਰਣਜੀਤ ਸਿੰਘ ਉਹਦਾ ਪਾਰਟ ਨਹੀਂ ਸੀ, ਉਹਦੇ ਨਾਲ ਕਿਸੇ ਵੀ ਤਰ੍ਹਾਂ ਐਸੋਸੀਏਟਡ ਨਹੀਂ ਸੀ। ਨੈਕਸਟ ਹੈ ਜਿਹੜੀ ਕਲਕੱਤੇ ਦੇ ਵਿੱਚ ਏਸ਼ੀਆਟਿਕ ਸੁਸਾਇਟੀ ਬਣਾਈ ਗਈ ਸੀ ਸਰ ਵਿਲੀਅਮ ਜੋਨਸ ਦੇ ਦੁਆਰਾ, ਉਹਦਾ ਈਅਰ ਕੀ ਹੈ? ਸੋ ਉਹਦਾ ਈਅਰ ਹੈ 1784 AD, ਵੈਰੀ ਇੰਪੋਰਟੈਂਟ, ਤੇ ਐਗਜ਼ਾਮ ਦੇ ਵਿੱਚ ਤੁਹਾਨੂੰ ਸਿੱਧਾ ਇਹ ਕੁਐਸਚਨ ਵੀ ਆ ਸਕਦਾ ਹੈ ਕਿ ਕਿਹਦੇ ਦੁਆਰਾ ਬਣਾਈ ਗਈ? ਸੋ ਸਰ ਵਿਲੀਅਮ ਜੋਨਸ, ਤੁਸੀਂ ਇਹ ਨਾਮ ਵੀ ਯਾਦ ਰੱਖਣਾ ਹੈ। ਨੈਕਸਟ ਇਸ ਜਦੋਂ ਇੰਡੀਅਨ ਨੈਸ਼ਨਲ ਕਾਂਗਰਸ ਬਣੀ 1885 ਵਿੱਚ, ਉਸ ਸਮੇਂ ਗਵਰਨਰ ਜਨਰਲ ਆਫ ਇੰਡੀਆ ਕੌਣ ਸੀ? ਸੋ ਉਹ ਸੀ ਲਾਰਡ ਡਫਰਿਨ, ਆਪਸ਼ਨ ਬੀ। ਲਾਰਡ ਕਰਜ਼ਨ ਦੇ ਰੀਨ ਦੇ ਟਾਈਮ ਕਿਹੜੀ ਚੀਜ਼ ਨਹੀਂ ਹੋਈ? ਸੋ ਉਹ ਸੀ ਆਪਸ਼ਨ ਏ ਲਾਇਲ ਕਮਿਸ਼ਨ। ਨੈਕਸਟ ਇਜ਼ ਪਾਰਟੀਸ਼ਨ ਆਫ ਬੰਗਾਲ ਜਿਹੜੀ ਰਿਵੋਕ ਕੀਤੀ ਗਈ 1911 ਵਿੱਚ, ਉਸ ਸਮੇਂ ਕੌਣ ਰੀਨ ਕਰ ਰਹੇ ਸੀ? ਸੋ ਉਹ ਸੀ ਲਾਰਡ ਹਾਰਡਿੰਗੇ। ਸ਼ੁਜਾਉਦੌਲਾ ਕਿੱਥੋਂ ਦੇ ਨਵਾਬ ਸੀ? ਵੈਰੀ ਇੰਪੋਰਟੈਂਟ, ਸੋ ਹੀ ਵਾਸ ਨਵਾਬ ਆਫ ਅਵਧ, ਆਪਸ਼ਨ ਸੀ। ਚੇਤ ਸਿੰਘ ਜਿਨ੍ਹਾਂ ਦੀ ਵਾਰਨ ਹਾਸਟਿੰਗ ਦੇ ਨਾਲ ਬਾਰ-ਬਾਰ ਕਨਫਲਿਕਟ ਆ ਰਹੇ ਸੀ, ਸੋ ਉਹ ਰੂਲਰ ਸੀ ਬਨਾਰਸ ਦੇ, ਆਪਸ਼ਨ ਏ। ਨੈਕਸਟ 1765 AD ਵਿੱਚ ਜਦੋਂ ਬੈਟਲ ਆਫ ਬਕਸਰ ਖਤਮ ਹੋਈ ਤਾਂ ਉਸ ਸਮੇਂ ਇੰਗਲਿਸ਼ ਆਰਮੀ ਨੂੰ ਕੌਣ ਲੀਡ ਕਰ ਰਿਹਾ ਸੀ? ਕੌਣ ਸੀ ਜਨਰਲ? ਸੋ ਉਹ ਸੀ ਹੈਕਟਰ ਮੁਨਰੋ, ਆਪਸ਼ਨ ਸੀ। Next is who was the head of English administration of Bengal when Supreme Court of Calcutta was set up? So Warren Hastings, option B. Warren Hastings ਨੇ ਕਿਹੜੇ ਸਾਲ ਦੇ ਵਿੱਚ ਇੱਕ ਕਮਿਸ਼ਨ ਬਣਾਇਆ, ਅਮੀਨੀ ਕਮਿਸ਼ਨ, to collect useful information regarding revenue matter? So ਇਹ ਕਮਿਸ਼ਨ ਬਣਾਇਆ 1776 ਵਿੱਚ, very important. ਮਹਾਰਾਜਾ ਨੰਦ ਕੁਮਾਰ ਨੂੰ ਕਿਹੜੇ ਚਾਰਜਿਸ ਉੱਤੇ ਡੈਥ ਸੈਂਟੈਂਸ ਦਿੱਤੀ ਤੇ ਐਗਜ਼ੀਕਿਊਟ ਕੀਤਾ ਗਿਆ? ਸੋ ਉਹ ਸੀ ਫੋਰਜਰੀ ਦੇ ਚਾਰਜ, ਆਪਸ਼ਨ ਸੀ। ਕਿਹੜੇ ਸਾਲ ਵਿੱਚ ਸਾਈਮਨ ਕਮਿਸ਼ਨ ਭਾਰਤ ਆਇਆ ਇੰਗਲੈਂਡ ਤੋਂ? 1928, ਆਪਸ਼ਨ ਡੀ। This is also one of the important questions. ਲਗਾਤਾਰ ਫਾਸਟ ਰੱਖਣ ਕਰਕੇ, ਭੁੱਖ ਹੜਤਾਲ ਕਰਕੇ ਕਿਹਦੀ ਡੈਥ ਹੋਈ? ਸੋ ਉਹ ਹੋਈ ਸੀ ਜਤਿਨ ਦਾਸ ਦੀ, ਆਪਸ਼ਨ ਏ। Who killed British officer in London? So British officer ਨੂੰ ਲੰਡਨ ਵਿੱਚ ਮਾਰਿਆ ਸੀ ਮਦਨ ਲਾਲ ਢੀਂਗਰਾ ਨੇ, option B. In which year election were held to elect representative for provincial assembly on the basis of Government of India Act 1935? So ਇਸ ਐਕਟ ਦੇ ਬੇਸ ਦੇ ਉੱਤੇ ਜਿਹੜੀਆਂ ਇਲੈਕਸ਼ਨਸ ਕਰਵਾਈਆਂ ਗਈਆਂ ਉਹ ਸੀ 1937 ਵਿੱਚ, option B. ਕਿਹੜੇ ਸਾਲ ਵਿੱਚ ਸੁਭਾਸ਼ ਬੋਸ ਨੇ ਰਿਜ਼ਾਈਨ ਦਿੱਤਾ ਸੀ ਕਾਂਗਰਸ ਪ੍ਰੈਜ਼ੀਡੈਂਟ ਦੀ ਪੋਸਟ ਤੋਂ after being elected? So ਉਹ ਦਿੱਤਾ ਸੀ 1939, option C. ਮੁਸਲਿਮ ਲੀਗ ਨੇ ਕਿਹੜੇ ਈਅਰ ਦੇ ਵਿੱਚ ਇੱਕ ਰੈਜ਼ੋਲੂਸ਼ਨ ਲਿਆ ਸੀ ਕਿ ਉਹ ਇੰਡੀਅਨ ਮੁਸਲਿਮਸ ਦੇ ਲਈ ਇੱਕ ਅਲੱਗ ਕੰਟਰੀ ਬਣਾਉਣਗੇ, ਉਹਨਾਂ ਨੂੰ ਇੱਕ ਅਲੱਗ ਲੈਂਡ ਚਾਹੀਦੀ ਹੈ? ਸੋ ਉਹ ਲਿਆ ਸੀ 1940, option B. ਸੋ ਹੁਣ ਆਪਾਂ ਕੁਝ ਦੁਬਾਰਾ ਤੋਂ ਵੈਦਿਕ ਪੀਰੀਅਡ ਦੇ ਨਾਲ ਰਿਲੇਟਡ ਇੰਪੋਰਟੈਂਟ ਕੁਐਸਚਨਸ ਦੇਖਦੇ ਹਾਂ। ਸੋ ਵੈਦਿਕ ਸੇਜ ਇਹਨਾਂ ਦੇ ਵਿੱਚੋਂ ਕਿਹੜੇ ਸੀ ਜਿਨ੍ਹਾਂ ਨੂੰ ਦਾਸੀ ਪੁੱਤਰ ਕਿਹਾ ਜਾਂਦਾ ਸੀ?
ਸੋ ਉਹ ਸੀ ਫਰਸਟ ਐਂਡ ਸੈਕਿੰਡ ਆਪਸ਼ਨ ਬੀ ਕਵਾਸਾ ਆਇਲੂਸਾ ਐਂਡ ਦੀਰਘਾਤਮਾ। ਸੋ ਇਹਨਾਂ ਚਾਰਾਂ ਦੇ ਵਿੱਚੋਂ ਕਿਹੜੇ ਬ੍ਰਹਮਵਾਦਨੀ ਹੈ ਜਿਨ੍ਹਾਂ ਦੇ ਕੁਝ ਹਿਮਸ ਵੇਦਾਸ ਦੇ ਵਿੱਚ ਐਡ ਕੀਤੇ ਗਏ ਨੇ? ਸੋ ਉਹ ਹੈ ਲੋਪਾ ਮੁਦਰਾ। ਵੈਰੀ ਇੰਪੋਰਟੈਂਟ ਕੁਐਸਚਨ, ਆਪਸ਼ਨ ਡੀ। ਸੋ ਦੋ ਸਟੇਟਮੈਂਟ ਨੇ, ਆਪਾਂ ਨੇ ਦੱਸਣਾ ਵੀ ਕਿਹੜੀ ਸਟੇਟਮੈਂਟ ਸਹੀ ਹੈ। ਸੋ ਪਹਿਲੀ ਕਹਿ ਰਹੀ ਹੈ ਰਿਗਵੈਦਿਕ ਪੀਰੀਅਡ ਦੇ ਸਮੇਂ ਜਿਹੜੀ ਰੱਬ ਨੂੰ ਪ੍ਰੇਅਰ ਦਿੱਤੀਆਂ ਜਾਂਦੀਆਂ ਸੀ ਉਹ ਦਿੱਤੀਆਂ ਜਾਂਦੀਆਂ ਸੀ ਇੱਕ ਤਾਂ ਫਿਜ਼ੀਕਲੀ ਪ੍ਰੋਟੈਕਸ਼ਨ ਦੇ ਲਈ, ਕੋਈ ਵੀ ਨੈਚੁਰਲ ਕਲੈਮਿਟੀ ਸੀ ਉਹਦੇ ਤੋਂ ਬਚਾ ਕੇ ਰੱਖਣ ਦੇ ਲਈ, ਦੂਜਾ ਮਟੀਰੀਅਲ ਗੇਨਸ ਦੇ ਲਈ। ਸੋ ਇਹ ਸਟੇਟਮੈਂਟ ਬਿਲਕੁਲ ਸਹੀ ਹੈ। ਇਹ ਦੋਨੋਂ ਕਾਰਨਾਂ ਕਰਕੇ ਮੇਨਲੀ ਗੋਡ ਨੂੰ ਪੂਜਿਆ ਜਾਂਦਾ ਸੀ। ਜਿਹੜਾ ਫੰਕਸ਼ਨ ਸੀ ਅਲੱਗ-ਅਲੱਗ ਗੋਡ ਦਾ ਉਹ ਲੋਕਾਂ ਦੀਆਂ ਜ਼ਰੂਰਤਾਂ ਨੂੰ ਦੱਸਦਾ ਸੀ, ਜਿਵੇਂ ਅਗਨੀ ਦੇ ਲਈ ਅਲੱਗ ਗੋਡ ਸੀ, ਪਾਣੀ ਦੇ ਲਈ ਅਲੱਗ ਗੋਡ ਸੀ। ਸੋ ਇਹ ਵੀ ਬਿਲਕੁਲ ਸਹੀ ਹੈ। ਰਾਈਟ ਆਂਸਰ ਇਜ਼ ਆਪਸ਼ਨ ਡੀ 1 and 2 both. Which one of the following site is not associated with painted graveyard? ਸੋ ਜਿੱਥੋਂ ਇਹ ਨਹੀਂ ਪਾਏ ਜਾਂਦੇ ਉਹ ਹੈ ਸਤਵਾਲੀ, ਆਪਸ਼ਨ ਡੀ। The people who migrated from the region of Caspian Sea, ਉਹਨਾਂ ਨੂੰ ਕਿਹਾ ਗਿਆ ਆਰੀਅਨਸ, ਆਪਸ਼ਨ ਏ। ਜੋਤਿਸ਼ ਉੱਤੇ ਪਹਿਲੀ ਟੈਕਸਟ ਬੁੱਕ ਕਿਹੜੀ ਸੀ? ਸੋ ਇਹ ਲਿਖੀ ਗਈ ਸੀ ਜੋਤਿਸ਼ ਉੱਤੇ ਪਹਿਲੀ ਟੈਕਸਟ ਬੁੱਕ ਭ੍ਰਿਗੂ ਨੇ, ਆਪਸ਼ਨ ਡੀ। In which Vedic text the term varna ਪਹਿਲੀ ਵਾਰੀ ਪਾਇਆ ਗਿਆ? ਵਰਨਾ ਜਿਹੜਾ ਕਾਸਟ ਸਿਸਟਮ ਨਾਲ ਰਿਲੇਟਡ ਹੈ, ਜਾਤ ਪਾਤ ਨਾਲ, ਸੋ ਇਹ ਪਾਇਆ ਗਿਆ ਸੀ ਪਹਿਲੀ ਵਾਰੀ ਰਿਗਵੇਦ ਵਿੱਚ, ਆਪਸ਼ਨ ਏ। ਨੈਕਸਟ ਇਸ ਕੁਝ ਆਫੀਸ਼ੀਅਲਸ ਨੇ ਲੇਟਰ ਵੈਦਿਕ ਪੀਰੀਅਡ ਦੇ ਨਾਲ ਉਹਨਾਂ ਦਾ ਕੰਮ ਦੀ ਡਿਸਕ੍ਰਿਪਸ਼ਨ ਹੈ। ਸੋ ਇਹਨਾਂ ਵਿੱਚੋਂ ਜਿਹੜਾ ਸਹੀ ਮੈਚ ਨਹੀਂ ਹੈ ਉਹ ਹੈ ਆਪਸ਼ਨ ਸੀ, ਕਿਉਂਕਿ ਅਕਸ਼ਵਾਪਾ ਗੈਂਬਲਿੰਗ ਦੇ ਸੁਪਰਿੰਟੈਂਡੈਂਟ ਨਹੀਂ ਸੀ, ਹੀ ਵਾਸ ਐਨ ਅਕਾਊਂਟੈਂਟ। So this is also important. The legend of Satyakam Jabal, which challenges the stigma of being an unmarried mother, is mentioned in. So ਇਹ ਲਿਖਿਆ ਹੋਇਆ ਚੰਦੋਗਿਆ ਉਪਨਿਸ਼ਦ ਵਿੱਚ, ਆਪਸ਼ਨ ਬੀ। ਸੋ ਨੈਕਸਟ ਹੁਣ ਆਪਣੇ ਕੋਲ ਕੁਝ ਥਿਊਰੀਜ਼ ਨੇ ਤੇ ਆਪਾਂ ਨੂੰ ਦੱਸਣਾ ਵੀ ਇਹ ਥਿਊਰੀਜ਼ ਦੀ ਗੱਲ ਕੌਣ ਕਰ ਰਿਹਾ? ਪ੍ਰੋਪਾਉਂਡਰ। ਸੋ ਸਪਤ ਸਿੰਧੂ ਇਹਦੇ ਬਾਰੇ ਗੱਲ ਕਰ ਰਿਹਾ ਸ਼੍ਰੀ KN ਮੁਨਸ਼ੀ ਜੀ। ਨਾਰਥ ਪੋਲ ਔਰ ਆਰਕਟਿਕ ਰੀਜਨ, ਆਪਸ਼ਨ 3 ਬਾਲ ਗੰਗਾਧਰ ਤਿਲਕ। Central Asian theory, Professor Max Muller. Austro-Hungarian Dr. P. Giles. So this is very important question and the right answer here is option B. Indian medicine ਦਾ origin ਕਿਹੜੇ ਵੇਦ ਦੇ ਵਿੱਚ ਦੱਸਿਆ ਗਿਆ? ਸੋ ਉਹਦੀ ਗੱਲ ਹੋ ਰਹੀ ਹੈ option D, ਅਥਰਵਵੇਦ। With reference to early Vedic age, consider the following statement. So ਇਹਨਾਂ ਵਿੱਚੋਂ second and third statement ਸਹੀ ਹੈ, ਬਾਕੀ first and fourth statement is wrong. So right answer here is option B. Famous dialogue ਜਿਹੜਾ ਨਾਚੀਕੇਟਾ ਤੇ ਯਾਮਾ ਦੇ ਵਿੱਚ ਬੋਲਿਆ ਗਿਆ ਹੈ ਉਹਦੀ ਮੈਂਸ਼ਨ ਕਿੱਥੇ ਹੋਈ ਹੈ? ਸੋ ਇਹਦੀ ਮੈਂਸ਼ਨ ਹੋ ਰਹੀ ਹੈ ਕਠੋਪਨਿਸ਼ਦ, ਆਪਸ਼ਨ B. ਰਿਪਨ ਕਾਲਜ ਦਾ ਨਵਾਂ ਨਾਮ ਕੀ ਹੈ? ਸੋ ਇਹਦਾ ਨਵਾਂ ਨਾਮ ਹੈ ਆਪਸ਼ਨ A, ਸੁਰੇਂਦਰਨਾਥ ਕਾਲਜ। Who presided in the first session of INC? So Indian National Congress ਆਪਾਂ ਨੂੰ ਪਤਾ ਹੈ 1885 ਵਿੱਚ ਬਣਿਆ ਤੇ ਜਿਹੜਾ ਪਹਿਲਾ ਸੈਸ਼ਨ ਸੀ ਉਹਦੇ ਪ੍ਰੈਜ਼ੀਡੈਂਟ ਬਣੇ WC ਬੈਨਰਜੀ, ਆਪਸ਼ਨ C. Very important question. Who was the chief of British ruler of India during the time when the Indian National Congress was formed? So ਉਸ ਸਮੇਂ chief ਸੀ Lord Dufferin, option B. Ilbert Bill was proposed during the period of. So ਇਹ question ਬਾਰ-ਬਾਰ ਐਗਜ਼ਾਮ ਵਿੱਚ ਰਿਪੀਟ ਹੁੰਦਾ ਹੈ, very important. So ਇਲਬਰਟ ਬਿਲ ਸੀ ਜਿਹੜਾ ਇਹ ਪ੍ਰਪੋਜ਼ ਕੀਤਾ ਗਿਆ ਸੀ ਲਾਰਡ ਰਿਪਨ ਦੇ ਟਾਈਮ, ਆਪਸ਼ਨ A. INC ਦਾ ਸੈਕਿੰਡ ਸੈਸ਼ਨ ਕਿਨੇ ਪ੍ਰੀਸਾਈਡ ਕੀਤਾ? So it was presided by Dadabhai Naoroji, option A. Which one of the following newspaper changed from Bengali to English overnight? So ਰਾਤੋਂ ਰਾਤ ਬੰਗਾਲੀ ਤੋਂ ਇੰਗਲਿਸ਼ ਬਦਲਿਆ ਗਿਆ ਨਿਊਜ਼ਪੇਪਰ so that ਜਿਹੜੀ ਸੈਂਸਰਸ਼ਿਪ ਲਗਾਈ ਗਈ ਸੀ ਵਰਨਾਕੁਲ ਪ੍ਰੈਸ ਐਕਟ ਦੇ ਅੰਦਰ ਉਹਦੇ ਤੋਂ ਬਚਿਆ ਜਾ ਸਕੇ। ਸੋ ਇਹ ਨਿਊਜ਼ਪੇਪਰ ਸੀ ਆਪਸ਼ਨ A, ਅੰਮ੍ਰਿਤ ਬਾਜ਼ਾਰ ਪੱਤਰਿਕਾ। ਵਰਨਾਕੁਲ ਪ੍ਰੈਸ ਐਕਟ ਕਿਨੇ ਇੰਪੋਜ਼ ਕੀਤਾ ਸੀ, ਲਗਾਇਆ ਕਿਨੇ ਸੀ? ਸੋ ਇਹ ਐਕਟ ਲਗਾਇਆ ਸੀ ਲਾਰਡ ਲਿਟਨ ਨੇ, ਆਪਸ਼ਨ A. ਜਿਹੜਾ ਆਪਣਾ ਪ੍ਰੈਜ਼ੈਂਟ ਡੇਲੀ ਹੈ ਸਟੇਟਸਮੈਨ, ਇਹਦਾ ਪੁਰਾਣਾ ਫਾਰਮਰ ਨੇਮ ਕੀ ਸੀ? ਸੋ ਇਹਦਾ ਪੁਰਾਣਾ ਨਾਮ ਸੀ ਫਰੈਂਡ ਆਫ ਇੰਡੀਆ, ਆਪਸ਼ਨ C. ਤੇ ਜਿਹੜਾ ਨਿਊਜ਼ਪੇਪਰ ਹੈ ਫਰੈਂਡ ਆਫ ਇੰਡੀਆ ਕਿਨੇ ਸਟਾਰਟ ਕੀਤਾ ਸੀ? So this was started by option A, Robert Knight. So these few questions are very important for exam. Next is ਇਹਨਾਂ ਚਾਰਾਂ ਦੇ ਵਿੱਚੋਂ
ਸਭ ਤੋਂ ਪਹਿਲਾਂ ਬਣਨ ਵਾਲੀ ਐਸੋਸੀਏਸ਼ਨ ਕਿਹੜੀ ਹੈ? ਸੋ ਉਹ ਹੈ ਆਪਸ਼ਨ A ਲੈਂਡ ਹੋਲਡਰਸ ਸੁਸਾਇਟੀ। Which one of the following has not been correctly matched? ਸੋ ਇਹਨਾਂ ਵਿੱਚੋਂ ਜਿਹੜੇ wrongly matched ਹੈ ਉਹ ਹੈ ਆਪਸ਼ਨ D ਰਵਿੰਦਰਨਾਥ ਟੈਗੋਰ with ਵਰਤਮਾਨ ਭਾਰਤ। ਤੇ ਨੈਕਸਟ ਕੁਐਸਚਨ ਇਹਦਾ ਆਪਾਂ ਨੂੰ ਆਨਸਰ ਦੱਸੂਗਾ ਵਰਤਮਾਨ ਭਾਰਤ ਕਿਹਨੇ ਲਿਖਿਆ? ਸੋ ਇਹ ਲਿਖਿਆ ਹੈ ਸਵਾਮੀ ਵਿਵੇਕਾਨੰਦ। ਸੋ ਤੁਸੀਂ ਦੇਖ ਸਕਦੇ ਹੋ ਇਸੇ ਲਈ ਜਿਹੜੀ ਆਪਸ਼ਨ ਹੈ ਇਹ ਗਲਤ ਹੋ ਜਾਂਦੀ ਹੈ ਕਿਉਂਕਿ ਇਹਦਾ ਸਹੀ ਉੱਤਰ ਕੀ ਹੈ? ਸਵਾਮੀ ਵਿਵੇਕਾਨੰਦ। ਬੰਦੇ ਮਾਤਰਮ song ਕਿਹਨੇ ਕੰਪੋਜ਼ ਕੀਤਾ ਹੈ? ਵੈਰੀ ਇੰਪੋਰਟੈਂਟ। So this was composed by Bankim Chandra, option B. The song Sare Jahan Se Acha Hindustan Hamara was composed by Allama Iqbal, option B. Which of the following newspaper did not help the Indian national movement during the British period? So British period ਦੇ time Indian national movement ਦੇ ਨਾਲ ਜਿਹੜੇ newspaper ਦੀ ਕੋਈ ਵੀ association ਨਹੀਂ ਹੈ, help ਨਹੀਂ ਕੀਤੀ, ਉਹ ਹੈ The Times of India, option D. ਭਗਤ ਸਿੰਘ, ਸੁਖਦੇਵ, ਰਾਜਗੁਰੂ, ਬਟਕੇਸ਼ਵਰ ਦੱਤ were hanged to death. ਸੋ ਇਹਨਾਂ ਚਾਰਾਂ ਨੂੰ ਫਾਂਸੀ ਦਿੱਤੀ ਗਈ ਕਿਹੜੇ ਕੇਸ ਦੇ ਅੰਦਰ? ਸੋ ਕੇਸ ਸੀ ਆਪਸ਼ਨ A ਲਾਹੌਰ ਕਨਸਪੀਰੇਸੀ ਕੇਸ। ਵੈਰੀ ਇੰਪੋਰਟੈਂਟ। ਇੰਡੀਅਨ ਰਿਪਬਲਿਕ ਆਰਮੀ ਕਿਹਨੇ ਆਰਗੇਨਾਈਜ਼ ਕੀਤੀ? ਸੋ ਦਿਸ ਵਾਸ ਆਰਗੇਨਾਈਜ਼ਡ ਬਾਈ ਮਾਸਟਰ ਦਾ ਸੂਰਿਆ ਸੇਨ, ਆਪਸ਼ਨ B. Labor leader Singravelu organized first Labor Day in India on 1st May. ਸੋ ਪਹਿਲੀ ਵਾਰੀ ਜਿਹੜੇ ਲੇਬਰ ਲੀਡਰ ਸੀ ਸਿੰਗਰਵੇਲੂ ਇਹਨਾਂ ਨੇ ਪਹਿਲਾ ਲੇਬਰ ਡੇ ਮਨਾਇਆ 1 ਮਈ ਨੂੰ। ਈਅਰ ਕੀ ਸੀ? ਸੋ ਸਾਲ ਸੀ 1923, ਆਪਸ਼ਨ B. ਵੈਰੀ ਇੰਪੋਰਟੈਂਟ ਕੁਐਸਚਨ। Who organized Communist Party of India in Tashkent of Soviet Union? ਸੋ ਤਾਸ਼ਕੰਦ ਵਿੱਚ ਕਮਿਊਨਿਸਟ ਪਾਰਟੀ ਕੀਤੀ ਸੀ MN ਰॉय, ਮਨਾ ਭੇਂਦਰਨਾਥ ਰॉय, ਆਪਸ਼ਨ A. ਸੋ ਤੁਸੀਂ MN ਰॉय ਵੀ ਯਾਦ ਰੱਖ ਸਕਦੇ ਹੋ ਤੇ ਇਹਨਾਂ ਦਾ ਰੀਅਲ ਨੇਮ ਵੀ, ਕਿਉਂਕਿ ਤੁਹਾਨੂੰ ਆਪਸ਼ਨ ਕਿਸੇ ਵੀ ਤਰ੍ਹਾਂ ਆ ਸਕਦੀ ਹੈ। ਸੋ ਅੱਜ ਦਾ ਆਪਣਾ ਇਸ ਇੰਪੋਰਟੈਂਟ ਸੀਰੀਜ਼ ਦਾ ਲਾਸਟ ਕੁਐਸਚਨ ਹੈ ਬ੍ਰਿਟਿਸ਼ ਰੂਲਰ ਦਾ ਇੰਡੀਆ ਦੇ ਵਿੱਚ ਚੀਫ ਕੌਣ ਸੀ ਜਦੋਂ ਪਹਿਲੀ ਵਾਰ ਹੋਈ ਇੰਡੀਪੈਂਡੈਂਸ ਦੀ ਔਰ ਸਪੋਇਲ ਮਿਟਨੀ ਜਿਹਨੂੰ ਆਪਾਂ ਕਹਿੰਦੇ ਆ 1857 ਵਿੱਚ। ਸੋ ਉਸ ਸਮੇਂ ਚੀਫ ਸੀ option B Lord Canning. So this was all about. I hope you like the content. Please do subscribe to my channel. Thank you and good luck.